ਉਹ ਬੀਪੀ ਇਸ ਕਰਕੇ ਵਧਿਆ ਕਿ ਲੱਤਾਂ ਦੇ ਵਿੱਚ ਖੂਨ ਜਿਹੜਾ ਖੜਾ ਸੀਗਾ ਉਹ ਵਾਪਸ ਆ ਗਿਆ। ਉਹ ਉਹਨਾਂ ਕੀ ਵਧੇਗਾ ਸੀਮਤ ਜਿਹਾ ਕਿ ਜਿਹਦੇ ਨਾਲ ਕਿ ਮਤਲਬ ਕੋਈ ਨੁਕਸਾਨ ਵਾਲਾ ਨਹੀਂ ਹੋਏਗਾ। ਅੱਛਾ, ਹੁਣ ਤੁਸੀਂ ਇੱਕ ਚੀਜ਼ ਦੱਸੀ ਹੈ ਕਿ ਜਿਹੜਾ ਆਪਾਂ ਖੂਨ ਖੜ ਜਾਂਦਾ ਲੱਤਾਂ ਦੇ ਵਿੱਚ ਅਤੇ ਇਹਦੇ ਕਰਕੇ ਜਿਹੜਾ ਉਹ ਉੱਪਰ ਤੱਕ ਬਲੱਡ ਸਰਕੂਲੇਸ਼ਨ ਜਿਹੜੀ ਸਿਰ ਤੱਕ ਜਾਣੀ ਹਟ ਜਾਂਦੀ ਹੈ। ਅਕਸਰ ਇੱਕ ਜਿਹੜੀ ਧਾਰਨਾ ਇਹ ਵੀ ਹੈਗੀ ਵੀ 30 ਸਾਲ ਤੋਂ ਬਾਅਦ ਜਿਹੜੀ ਉਮਰ ਬੰਦੇ ਦੀ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਇਹ ਗਰਦਨ ਤੋਂ ਉੱਪਰਲੇ ਹਿੱਸੇ ਤੱਕ ਦੀ ਜਿਹੜੀ ਬਲੱਡ ਸਪਲਾਈ, ਆਕਸੀਜਨ ਸਪਲਾਈ ਅਤੇ ਵਾਟਰ ਸਪਲਾਈ ਜਿਹੜੀ ਬਲੱਡ ਦੇ ਵਿੱਚ ਹੀ ਹੁੰਦੀ ਹੈ ਉਹ ਘੱਟ ਜਾਂਦੀ ਹੈਗੀ। ਇਸੇ ਕਰਕੇ ਅੱਖਾਂ ਦੇ ਰੋਗ, ਇਸੇ ਕਰਕੇ ਯਾਦਾਸ਼ਤ ਘਟਣੀ, ਇਸੇ ਕਰਕੇ ਜਿਹੜੇ ਆ ਉਹ ਐਂਜ਼ਾਈਟੀ ਜਾਂ ਆਪਾਂ ਨੂੰ ਡਿਪਰੈਸ਼ਨ ਵਗੈਰਾ ਦੇ ਰੋਗ ਵੀ ਇਸ ਤੋਂ ਬਾਅਦ ਵਧਣੇ ਸ਼ੁਰੂ ਹੋ ਜਾਂਦੇ। ਲੇਕਿਨ ਇਹਦੇ ਨਾਲ ਸ਼ੂਗਰ ਜਿਹੜੀ ਹੈ ਉਹ ਸ਼ੂਗਰ ਦੇ ਜਿਹੜੇ ਰੋਗ ਹੁੰਦਾ ਉਹਦੇ ਵਿੱਚ ਵੀ ਜਦੋਂ ਪੈਰਾਂ ਦੇ ਵਿੱਚ ਜਿਹੜੀ ਉਹ ਸੁੰਨ ਹੋਣੇ ਸ਼ੁਰੂ ਹੋ ਜਾਂਦੇ, ਬਲੱਡ ਸਰਕੂਲੇਸ਼ਨ ਜਿਹੜੀ ਆ ਪੈਰਾਂ ਤੱਕ ਜਿਹੜੀ ਆ ਬਲੱਡ ਸਰਕੂਲੇਸ਼ਨ ਸਹੀ ਢੰਗ ਨਾਲ ਜਾਂਦੀ ਨਹੀਂ ਜਾਂ ਉੱਥੇ ਰੁਕ ਜਾਂਦੀ, ਉੱਪਰ ਤੱਕ ਨਹੀਂ ਜਾਂਦੀ ਹੈਗੀ। ਕੀ ਇਹਦਾ ਵੀ ਇਲਾਜ ਇਸ ਦੇ ਨਾਲ ਹੀ ਹੋ ਜਾਏਗਾ? ਨਹੀਂ, ਉਹ ਤਾਂ ਚਲੋ ਉਹਦੇ ਨਾਲ ਇਲਾਜ ਤਾਂ ਹੋ ਹੀ ਜਾਏਗਾ, ਕਿਉਂਕਿ ਉਹਦੇ ਨਾਲ ਕੀ ਹੁੰਦਾ ਕਿ ਇਹ ਜਦੋਂ ਆਪਾਂ ਗਰਮ ਪਾਣੀ 'ਚ ਬਿਠਾ ਦਿੰਦੇ ਹਾਂ ਬੰਦੇ ਨੂੰ ਤਾਂ ਗਰਮ ਪਾਣੀ ਦਾ ਗੁਣ ਹੈ ਕਿ ਗਰਮ ਪਾਣੀ ਥੋੜ੍ਹੀਆਂ ਨਾੜਾਂ ਖੋਲ੍ਹਦਾ। ਸ਼ੂਗਰ ਨਾਲ ਨਾੜਾਂ ਬਲੌਕ ਹੁੰਦੀਆਂ ਨੇ। ਹਾਂ, ਇਹ ਖੂਨ ਦੀਆਂ ਨਾੜਾਂ ਖੁੱਲ੍ਹੀਆਂ, ਨਾਲੇ ਸਰਕੂਲੇਸ਼ਨ ਵੱਧ ਗਈ, ਖੂਨ ਦਾ ਦੌਰਾ ਵੱਧ ਗਿਆ, ਦੋਨੋਂ ਮਿਲ ਕੇ ਹੀਲ ਕਰ ਲੈਂਦੇ ਆ। ਸੋ ਨਾੜਾਂ ਖੁੱਲ੍ਹੀਆਂ, ਖੂਨ ਦਾ ਦੌਰਾ ਖੜ ਗਿਆ। ਲੇਕਿਨ ਜਿਹੜੀ ਤੁਸੀਂ ਗੱਲ ਉਮਰ ਵਾਲੀ ਗੱਲ ਕੀਤੀ ਉਹਦੇ ਨਾਲ ਜਿਹੜੀ ਗੱਲ ਆਪਾਂ ਜੋੜਦੀ ਹੈ ਇੱਕ ਹੋਰ ਗੱਲ ਕਿ ਜਿਵੇਂ ਜਿਵੇਂ ਉਮਰ ਜ਼ਿਆਦਾ ਹੁੰਦੀ ਹੈ ਪੱਠੇ ਅਸੀਂ ਕਮਜ਼ੋਰ ਕਰ ਲੈਂਦੇ ਹਾਂ, ਕਿਉਂਕਿ ਅਸੀਂ ਵਰਜਿਸ਼ ਪ੍ਰੋਪਰ ਕਰਦੇ ਨਹੀਂ ਹਾਂ। ਜਿਨ੍ਹਾਂ ਲੋਕਾਂ ਦੇ ਪੱਠੇ ਕਮਜ਼ੋਰ ਨੇ ਜਦੋਂ ਉਹ ਲੰਬਾ ਸਮਾਂ ਖੜਨਗੇ ਤਾਂ ਉਹਨਾਂ ਦੀਆਂ ਨਾੜਾਂ 'ਚ ਖੂਨ, ਲੱਤਾਂ 'ਚ ਖੂਨ ਜ਼ਿਆਦਾ ਖੜੇਗਾ। ਇਹਦਾ ਮਤਲਬ ਹੈ ਕਿ ਜਿਹੜਾ 40 ਸਾਲ ਤੋਂ ਉੱਪਰ ਦਾ ਬੰਦਾ ਹੈ ਜਿਹਦੇ ਪੱਠੇ ਕਮਜ਼ੋਰ ਹੋ ਚੁੱਕੇ, ਯੰਗ ਬੰਦੇ ਦੇ ਪੱਠੇ ਮਜ਼ਬੂਤ ਹੁੰਦੇ ਆ ਕਿਉਂਕਿ ਦੌੜ ਭੱਜ ਬਹੁਤ ਹੁੰਦੀ ਉਹਨੂੰ। ਜਦੋਂ ਅਸੀਂ ਆ ਕੇ ਮਿਡਲ ਏਜ 'ਚ ਆਉਣ ਲੱਗਦੇ ਹਾਂ ਤਾਂ ਅਸੀਂ ਫਿਰ ਉਹ ਕੰਮ ਕਾਰ ਘਟਾ ਦਿੰਦੇ ਹਾਂ, ਵਿਹਲੇ ਬੈਠਣ ਲੱਗ ਜਾਂਦੇ ਹਾਂ ਜਾਂ ਜ਼ਿਆਦਾ ਰੈਸਟ ਆਰਾਮ ਪਰਸਤ ਹੋ ਜਾਂਦੇ ਹਾਂ। ਤਾਂ ਉਹਦੇ ਨਾਲ ਜਿਹੜੇ ਪੱਠੇ ਵੀਕ ਹੋ ਜਾਂਦੇ ਆ ਲੋਕਾਂ ਦੇ, ਉਹਦੇ ਨਾਲ ਜ਼ਿਆਦਾ ਜਿੰਨੇ ਪੱਠੇ ਤੁਹਾਡੇ ਵੀਕ ਹੋਣਗੇ ਲੱਤਾਂ ਦੇ ਉਹਨਾਂ ਥੋੜ੍ਹਾ ਖੂਨ ਲੱਤਾਂ 'ਚ ਜ਼ਿਆਦਾ ਖੜੇਗਾ। ਤਾਂ ਉਹਦੇ ਨਾਲ ਉਹਨਾਂ ਲੋਕਾਂ ਨੂੰ ਜ਼ਿਆਦਾ ਲਾਮਤਾਂ ਹੋਣਗੀਆਂ ਜਿਹੜੀਆਂ ਨੇ। ਜਿਹੜੀ ਤੁਸੀਂ ਗੱਲ ਕੀਤੀ ਹੈ ਉਹ ਸ਼ੂਗਰ ਦੇ ਅੰਦਰ ਜਾਂ ਜਿਹੜਾ ਉਹ ਅਪਰ ਪਾਰਟ ਨੂੰ ਬਲੱਡ ਵੀ ਯਾਨੀ ਕਿ ਖੂਨ ਦੀਆਂ ਨਾੜਾਂ ਭੀੜੀਆਂ ਹੋਣ ਲੱਗੀਆਂ, ਖੂਨ ਦੀਆਂ ਨਾੜਾਂ ਭੀੜੀਆਂ ਹੋਣ ਲੱਗੀਆਂ ਨੇ, ਉਹ ਸ਼ੂਗਰ ਕਰਕੇ ਵੀ ਹੋ ਸਕਦੀਆਂ ਨੇ, ਉਹ ਬੀਪੀ ਕਰਕੇ ਵੀ ਹੋ ਸਕਦੀਆਂ ਨੇ, ਉਹ ਅਦਰਵਾਈਜ਼ ਵੀ ਹੋ ਸਕਦੀਆਂ ਨੇ ਵੈਸੇ ਵੀ। ਤਾਂ ਉਹ ਜੋ ਨਾੜਾਂ ਵੀ ਜਿਹੜੀਆਂ ਭੀੜੀਆਂ ਹੁੰਦੀਆਂ ਨੇ ਉਹ ਵੀ ਖੁੱਲ੍ਹਣ ਲੱਗ ਜਾਂਦੀਆਂ ਨੇ, ਕਿਉਂਕਿ ਗਰਮ ਪਾਣੀ ਦਾ ਗੁਣ ਹੈ ਕਿ ਜਦੋਂ ਦੌਰਾ ਹੋਏਗਾ ਤਾਂ ਉਹਦੇ ਅੰਦਰ ਹੀਲਿੰਗ ਪਾਵਰ ਹੈ। ਖੂਨ ਜਦੋਂ ਦੌੜੇਗਾ ਤਾਂ ਉਹਦੇ ਅੰਦਰ ਕੁਦਰਤ ਨੇ ਜਿਹੜਾ ਜੋ ਕਰਨਾ ਉਹਨੇ ਕਾਟ ਵਾੜ ਕਰੀ ਜਾਣੀ ਹੈ। ਉਹਨੇ ਉਹ ਉੱਥੇ ਕੋਈ ਜੰਮਿਆ ਹੋਇਆ ਉਹ ਘੋਲ ਦੇਣਾ ਹੈ, ਤਾਂ ਸਾਰਾ ਕੰਮ ਜਿਹੜਾ ਉਹ ਤੇਜ਼ ਹੋ ਜਾਂਦਾ, ਜਿਹੜਾ ਹੀਲਿੰਗ ਪ੍ਰੋਸੈਸ ਤੇਜ਼ ਹੋ ਜਾਂਦਾ। ਉਹਦੇ ਹੋਣ ਨਾਲ ਸਾਰੀਆਂ ਬਿਮਾਰੀਆਂ ਜਿਹੜੀਆਂ ਨੇ ਠੀਕ ਹੁੰਦੀਆਂ ਨੇ। ਇਹ ਇਕੱਲੇ ਗੁਰਦਿਆਂ ਦੀ ਇਲਾਜ ਨਹੀਂ ਹੈ, ਇਹ ਈਵਨ ਕੈਂਸਰ ਤੱਕ ਦਾ ਵੀ ਇਲਾਜ ਇਹਦੇ ਨਾਲ ਹੋ ਸਕਦਾ। ਅਤੇ ਕੈਂਸਰ ਵਾਲੇ ਮਰੀਜ਼ਾਂ ਨੂੰ ਵੀ ਅਸੀਂ ਰਿਕਮੈਂਡ ਕਰਦੇ ਹਾਂ ਕਿ ਤੁਸੀਂ ਜਿਹੜੀ ਇਹ ਫੁੱਲ ਬਾਡੀ ਤੇ ਬੈਠਣਾ ਪਾਣੀ 'ਚ 40 ਡਿਗਰੀ 'ਤੇ ਘੰਟਾ 2 ਘੰਟੇ ਜਿੰਨਾ ਵੀ ਤੁਸੀਂ ਬੈਠ ਸਕੋ, ਪਲੱਸ ਜਿਹੜੀ ਉਹ ਟਿਲਟ ਵਾਲਾ ਕੰਮ ਹੈ, ਇਹ ਦੋਨੋਂ ਤਰੀਕੇ ਜਿਹੜੇ ਨੇ ਇਹ ਕਾਰਗਰ ਨੇ ਗੁਰਦੇ 'ਚ ਵੀ, ਇੱਕ ਤੋਂ ਕੈਂਸਰ 'ਚ ਵੀ, ਸ਼ੂਗਰ 'ਚ ਵੀ, ਬੀਪੀ 'ਚ ਵੀ, ਮੋਟਾਪੇ 'ਚ ਵੀ, ਹੋਰ ਜਿੰਨੀਆਂ ਵੀ ਬਿਮਾਰੀਆਂ ਨੇ, ਡਿਪਰੈਸ਼ਨ 'ਚ ਵੀ, ਹਾਂ ਮਾਨਸਿਕ ਬਿਲਕੁਲ ਮਾਨਸਿਕ ਰੋਗ ਜਿਹੜੇ ਅੱਖਾਂ ਦੇ ਰੋਗ, ਹਾਂ। ਤਾਂ ਇਸ ਕਰਕੇ ਇਹਨੂੰ ਜਿਹੜਾ ਵੀ ਬੰਦੇ ਨੂੰ ਕੋਈ ਕਰੋਨਿਕ ਬਿਮਾਰੀ ਹੈ ਤਾਂ ਉਹ ਅਗਰ ਇਹਨਾਂ ਚੀਜ਼ਾਂ ਨੂੰ ਅਡਾਪਟ ਕਰ ਸਕੇ ਤਾਂ ਬਹੁਤ ਹੀ ਵਧੀਆ। ਜਿਹੜਾ ਹੈਡ ਡਾਊਨ ਟਿਲਟ ਹੈ ਉਹ ਤਾਂ ਬਹੁਤ ਹੀ ਸੌਖਾ ਕੰਮ ਹੈ, ਸਿਰਫ ਆਦਤ ਪਾਉਣ ਦੀ ਗੱਲ ਹੈ। ਤੁਹਾਡੀ ਹੈਬਿਟ ਦੀ ਗੱਲ ਹੈ ਨਾ ਕਿ ਤੁਹਾਨੂੰ ਸ਼ੁਰੂ 'ਚ ਲੱਗੂਗਾ, ਅਜੀਬ ਜਿਹਾ ਲੱਗੇਗਾ ਵੀ ਮੈਂ ਕਿ ਸਿਰ ਮੇਰਾ ਹੱਥੀ ਥੱਲੇ ਚਲਾ ਗਿਆ, ਲੱਤਾਂ ਉੱਪਰ ਜਾਈ, ਤਾਂ ਉਹ ਕੁਛ ਨਹੀਂ, ਉਹ ਤੁਸੀਂ ਬੜੇ ਆਰਾਮ ਦੇ ਨਾਲ ਵੀ 3 ਹਫ਼ਤੇ ਲਾ ਕੇ ਉਹਦੀ ਆਦਤ ਪਾ ਸਕਦੇ ਹੋ। ਤਾਂ ਉਹਦੀ ਇੱਕ ਆਦਤ ਪਾਉਣੀ ਚਾਹੀਦੀ ਹੈ, ਜਿੰਨਾ ਕੁ ਵੀ ਤੁਸੀਂ ਚੱਕ ਸਕੋ, 3 ਇੰਚ 4 ਇੰਚ 5 ਇੰਚ 6 ਇੰਚ ਜਿੰਨਾ ਕੁ ਵੀ ਤੁਸੀਂ ਹੋ ਸਕੇ ਕਰ ਲਓ। ਬਾਕੀ ਜਿਹੜਾ ਗਰਮ ਪਾਣੀ ਵਾਲਾ ਹੈਗਾ ਉਹਦੇ ਆਪਣੇ ਪਰਿਵਾਰ ਦੇ ਹਿਸਾਬ ਨਾਲ ਢਾਲ ਲਓ ਕਿ ਕਿਵੇਂ ਤੁਸੀਂ ਉਸ ਗਰਮ ਪਾਣੀ ਵਾਲੇ ਚੀਜ਼ ਨੂੰ ਆਪਣੀ ਜ਼ਿੰਦਗੀ 'ਚ ਲੈ ਕੇ ਆ ਸਕਦੇ ਹੋ। ਅਤੇ ਉਹਦੇ 'ਚ ਸੋਲਰ ਅੱਜ ਕੱਲ੍ਹ ਬਹੁਤ ਲੋਕਾਂ ਨੇ ਸੋਲਰ ਗੀਜ਼ਰ ਲਵਾ ਲਏ ਹੋਏ ਹੈ, ਸੂਰਜ ਊਰਜਾ ਨਾਲ ਗਰਮ ਕਰਦੇ ਹੈ। ਬਹੁਤ ਲੋਕਾਂ ਨੇ ਉਹ ਜਿਹੜੇ ਪਾਥੀਆਂ ਵਾਲੇ ਹੀਟਰ ਰੱਖੇ ਹੋਏ ਹੈ, ਬਹੁਤ ਲੋਕਾਂ ਨੇ ਗੈਸ ਦੇ ਗੀਜ਼ਰ ਲਾਏ ਹੋਏ ਹੈ। ਤਾਂ ਉਹ ਆਪਣਾ ਜੁਗਾੜ ਕੀਤਾ ਜਾ ਸਕਦਾ, ਐਡਾ ਮਹਿੰਗਾ ਨਹੀਂ ਪਊਗਾ ਇਹ। ਬਸ ਦਵਾਈਆਂ ਖਾਣ ਨਾਲੋਂ ਜਾਂ ਆਪਰੇਸ਼ਨ ਕਰਾਉਣ ਨਾਲੋਂ ਜਾਂ ਗੁਰਦੇ ਖਰਾਬ ਕਰਾਉਣ ਨਾਲੋਂ ਜਾਂ ਲਿਵਰ ਖਰਾਬ ਕਰਾਉਣ ਨਾਲੋਂ ਜਿਹੜਾ ਉਹਦੇ 'ਚ ਲੱਖਾਂ ਰੁਪਏ ਜਿਹੜੇ ਹੁਣ ਲੱਗਣ ਲੱਗ ਗਏ ਹੈ, ਤਾਂ ਉਹਦੇ ਨਾਲੋਂ ਇਹ ਕਿਤੇ ਹੀ ਸਸਤਾ ਇਲਾਜ ਹੈ। ਦੂਜੀ ਗੱਲ, ਇਹ ਇਲਾਜ ਜਿਹੜਾ ਇਹ ਜੜ੍ਹ ਤੋਂ ਠੀਕ ਕਰਨ ਵਾਲਾ, ਇਹ ਇਕੱਲੀਆਂ ਨਹੀਂ ਵੀ ਲਾਮਤਾਂ ਠੀਕ ਕਰ ਦੇਗਾ ਜਾਂ ਸਤਹੀ ਤੌਰ 'ਤੇ ਠੀਕ ਕਰੇਗਾ ਤਾਂ ਅੰਦਰੋਂ ਫਿਰ ਬਿਮਾਰੀ ਉੱਦਾਂ ਹੀ ਕਾਟ ਕਰੀਏ, ਇੱਦਾਂ ਨਹੀਂ, ਇਹਨੇ ਅੰਦਰੋਂ ਪੂਰੇ ਦਾ ਪੂਰਾ ਜਿਹੜਾ ਤੁਹਾਨੂੰ ਕਿਉਰ ਕਰ ਦੇਣਾ। ਸੋ ਬਹੁਤ ਹੀ ਵਧੀਆ ਜੋ ਅਸੀਂ ਪਹਿਲਾਂ ਕਰ ਰਹੇ ਸੀਗੇ ਹੋਲ ਬਾਡੀ ਹੀਲਿੰਗ ਦੇ ਵਿੱਚ ਸਾਡੇ ਕੋਲ ਬਹੁਤ ਵਧੀਆ 2 ਟੂਲਸ ਆ ਗਏ ਆ, 2 ਹਥਿਆਰ ਆ ਗਏ ਆ ਜਿਹਨਾਂ ਨੂੰ ਅਸੀਂ ਪੇਸ਼ੈਂਟਸ ਨੂੰ ਗਾਈਡ ਕਰਕੇ, ਔਰ ਇਹ ਟਰਾਂਸਪੇਰੈਂਟ ਨੇ। ਆਪਣਾ ਕੁਲਵੰਤ ਜੀ
ਅਸੀਂ ਇਹਦੇ 'ਚ ਕੋਈ ਸੀਕਰਟ ਨਹੀਂ ਹੈ, ਨਾ ਡਾਕਟਰ ਬਿਸਰੂੜਾ ਚੌਧਰੀ ਨੇ ਕੋਈ ਸੀਕਰਟ ਰੱਖਿਆ। ਖੁੱਲ੍ਹੇ ਮੈਦਾਨ ਸਾਰੇ ਪ੍ਰੈਸ ਕਾਨਫਰੰਸ ਕਰਕੇ ਜੇ ਸਾਰਿਆਂ ਨੂੰ ਦੱਸਿਆ ਵੀ ਐਂ ਕਰਨਾ। ਇਹ 'ਚ ਕੋਈ ਵੀ ਪ੍ਰੋਫੈਸ਼ਨਲ ਸੀਕਰਟ ਨਹੀਂ ਹੈ ਕਿ ਵੀ ਅਸੀਂ ਆਪਣੇ ਆਪ 'ਤੇ ਕੋਈ ਡਿਪੈਂਡੈਂਟ ਕਰਨਾ ਕਿਸੇ ਨੂੰ। ਜੋ ਸਾਨੂੰ ਸਮਝ ਆਈ, ਜੋ ਅਸੀਂ ਟੈਸਟ ਕੀਤਾ ਉੱਥੇ ਡੇਰਾ ਬੱਸੀ ਹਸਪਤਾਲ ਦੇ ਅੰਦਰ, ਉਹਨੂੰ ਅਸੀਂ ਪੂਰੀ ਦੁਨੀਆ ਦੇ ਅੰਦਰ ਇਸ ਗੱਲ ਨੂੰ ਕਰ ਰਹੇ ਹਾਂ ਔਰ ਇਸ ਗੱਲ ਦਾ ਦਾਅਵਾ ਵੀ ਕਰ ਰਹੇ ਹਾਂ ਕਿ ਇਹ ਬਹੁਤ ਵੱਡਾ ਟੂਲ ਹੈ ਹੋਲ ਬਾਡੀ ਹੀਲਿੰਗ ਦਾ, ਜਿਹਦੇ ਵਿੱਚ ਗੁਰਦਿਆਂ ਵਰਗੀਆਂ ਭਿਅੰਕਰ ਬਿਮਾਰੀਆਂ ਜਿਹੜੀਆਂ ਠੀਕ ਹੋ ਸਕਦੀਆਂ। ਹੁਣ ਆਪਾਂ ਇਹਦੇ ਅਗਰ ਇਹਨੂੰ ਸੌਖੇ ਤਰੀਕੇ ਨਾਲ ਸਮਝਣਾ ਹੋਵੇ, ਡਾਕਟਰ ਸਾਹਿਬ ਸੌਖੇ ਤਰੀਕੇ ਨਾਲ ਸਮਝਣਾ ਹੋਵੇ ਤਾਂ ਦਰਸ਼ਕਾਂ ਨੂੰ ਸਮਝਾਉਣਾ, ਉਹਦਾ ਮਤਲਬ ਇਹ ਹੈ ਕਿ ਬਾਡੀ ਦੇ ਅੰਦਰ ਜ਼ਿਆਦਾਤਰ ਜਿਹੜੇ ਕਰੋਨਿਕਲ ਡਿਜ਼ੀਜ਼ਜ਼ ਆਉਂਦੀਆਂ ਨੇ ਉਹ ਬਲੱਡ ਸਰਕੂਲੇਸ਼ਨ ਜਿਹੜੀ ਆ ਉਹ ਕਿਤੇ ਨਾ ਕਿਤੇ ਰੁਕਦੀ ਹੈਗੀ ਹੈ, ਉਹਦੇ ਕਰਕੇ ਆਉਂਦੀਆਂ ਨੇ। ਚਾਹੇ ਉਹ ਤੁਸੀਂ ਆਪਾਂ ਸ਼ੂਗਰ ਦੀ ਬਿਮਾਰੀ ਦੇ ਵਿੱਚ ਲਾ ਲਓ, ਚਾਹੇ ਉਹ ਤੁਸੀਂ ਦਿਮਾਗ ਦੇ ਵਿੱਚ ਜਿਹੜੀਆਂ ਬਿਮਾਰੀਆਂ ਜਿਹੜੀਆਂ ਪੈਦਾ ਹੁੰਦੀਆਂ ਨੇ ਉਹਨਾਂ ਤੋਂ ਲਾ ਲਓ, ਚਾਹੇ ਤੁਸੀਂ ਗੁਰਦਿਆਂ ਦੀ ਬਿਮਾਰੀ ਤੋਂ ਲਾ ਲਓ। ਬਲੱਡ ਸਰਕੂਲੇਸ਼ਨ ਪੂਰੀ ਤਰ੍ਹਾਂ ਸਹੀ ਢੰਗ ਨਾਲ ਨਹੀਂ ਜਾ ਰਹੀ, ਕਿਤੇ ਨਾ ਕਿਤੇ ਬਲੋਕੇਜ ਆਈ ਹੈ, ਕਿਤੇ ਨਾ ਕਿਤੇ ਰੁਕਾਵਟ ਪੈਦਾ ਹੋਈ ਹੈ, ਤਾਂ ਜਿਹੜੀ ਇਹ ਹਾਈ ਹੈ। ਅਤੇ ਉਹਦੇ ਵਿੱਚ 40 ਡਿਗਰੀ ਪਾਣੀ ਦੇ ਜਿਹੜਾ ਉਹਦੇ ਨਾਲ ਟੈਂਪਰੇਚਰ ਦੇ ਨਾਲ ਜਿਹੜਾ ਆਪਾਂ ਇਸ ਨੂੰ ਇਹਨਾਂ ਸਾਰੀਆਂ ਬਿਮਾਰੀਆਂ ਦਾ ਹੀ, ਇਕੱਲਾ ਨਾ ਗੁਰਦੇ ਨਹੀਂ, ਇਹਨਾਂ ਸਾਰੀਆਂ ਬਿਮਾਰੀਆਂ ਦਾ ਹੀ ਇਲਾਜ ਕਰ ਸਕਦੇ ਹਾਂ। ਬਿਲਕੁਲ ਬਿਲਕੁਲ ਸਹੀ ਕਿਹਾ ਤੁਸੀਂ। ਆਪਾਂ ਜਿਹੜੀ ਤੁਸੀਂ ਕੀਤੀ ਨਾ ਗੱਲ ਸਰਕੂਲੇਸ਼ਨ ਦੀ, ਸਰਕੂਲੇਸ਼ਨ ਨੂੰ ਆਪਾਂ ਕੋਈ ਅੱਡ ਚੀਜ਼ ਨਾ ਸਮਝੀਏ। ਬਲੱਡ ਸਰਕੂਲੇਸ਼ਨ ਕਾਹਦੇ ਵਾਸਤੇ ਬਣੀ ਹੁੰਦੀ ਹੈ? ਬਲੱਡ ਕਾਹਦੇ ਵਾਸਤੇ ਸਰਕੂਲੇਟ ਕਰ ਰਿਹਾ? ਬਲੱਡ ਕਾਹਦੇ ਵਾਸਤੇ ਭੱਜ ਦੌੜ ਕਰ ਰਿਹਾ? ਉੱਥੇ ਆਕਸੀਜਨ ਪਹੁੰਚਾਉਣੀ ਆ, ਉੱਥੇ ਉਹਨੇ ਪਾਣੀ ਪਹੁੰਚਾਉਣਾ, ਉੱਥੇ ਖੁਰਾਕ ਪਹੁੰਚਾਉਣੀ। ਕੁਛ ਚੀਜ਼ਾਂ ਪਹੁੰਚਾਉਣੀਆਂ ਨੇ, ਕੁਛ ਲਿਆਉਣੀਆਂ ਨੇ। ਮਤਲਬ ਜਿਹੜੀਆਂ ਚੀਜ਼ਾਂ ਸਰੀਰ ਨੂੰ ਚਾਹੀਦੀਆਂ ਨੇ, ਸਾਡੇ ਸੈੱਲਸ ਨੂੰ ਚਾਹੀਦੀਆਂ ਨੇ, ਉਹ ਦੇ ਕੇ ਆਉਣੀਆਂ ਨੇ, ਅਤੇ ਕੁਛ ਚੀਜ਼ਾਂ ਜਿਹੜੀਆਂ ਨਹੀਂ ਚਾਹੀਦੀਆਂ ਬਾਹਰ ਕੱਢਣੀਆਂ, ਉਹ ਲੈ ਕੇ ਆਉਣੀਆਂ ਨੇ। ਉਹਨੂੰ ਆਪਾਂ ਮੋਟੇ ਤੌਰ 'ਤੇ ਕਹੀਏ ਤਾਂ ਮੈਟਾਬੋਲਿਜ਼ਮ, ਇਹਦਾ ਸਾਂਝਾ ਨਾਂ ਹੈਗਾ ਮੈਟਾਬੋਲਿਜ਼ਮ। ਯਾਨੀ ਕਿ ਬਾਡੀ ਦੇ ਵਿੱਚ ਜਿੰਨੀ ਲਾਈਫ ਐਕਟੀਵਿਟੀ ਚੱਲ ਰਹੀ ਹੈ, ਉਹਦੇ ਸਾਰੀ ਜਿੰਨੇ ਕੈਮੀਕਲ ਐਕਸ਼ਨਸ ਹੋ ਰਹੇ ਹੈ, ਜਿੰਨੀ ਸਾਰੀ ਜੋ ਐਕਟੀਵਿਟੀ ਹੋ ਰਹੀ ਹੈ, ਸਾਰਿਆਂ ਦਾ ਸਾਂਝਾ ਨਾਂ ਹੈ ਮੈਟਾਬੋਲਿਜ਼ਮ। ਹੁਣ ਮੈਟਾਬੋਲਿਜ਼ਮ ਜਿਹੜਾ ਉਹ ਡਿਪੈਂਡੈਂਟ ਹੈ ਬਲੱਡ ਦੇ ਉੱਪਰ। ਜਿੰਨਾ ਬਲੱਡ ਤੇਜ਼ੀ ਨਾਲ ਸਰਕੂਲੇਟ ਕਰੇਗਾ, ਉਨੀ ਤੇਜ਼ੀ ਨਾਲ ਮੈਟਾਬੋਲਿਜ਼ਮ ਜਿਹੜਾ ਉਹ ਫਾਸਟ ਹੋਏਗਾ। ਅਤੇ ਮੈਟਾਬੋਲਿਜ਼ਮ ਜਦੋਂ ਫਾਸਟ ਹੋਏਗਾ, ਐਫੀਸ਼ੀਐਂਟ ਹੋਏਗਾ, ਦਰੁਸਤ ਹੋਏਗਾ, ਹੈਲਦੀ ਹੋਏਗਾ, ਸਟਰਡੀ ਹੋਏਗਾ, ਮਤਲਬ ਮਜ਼ਬੂਤ ਹੋਏਗਾ, ਤਾਂ ਉਹ ਹੀਲ ਕਰ ਲਏਗਾ। ਸੋ ਇਹਦਾ ਬੇਸਿਕ ਫੰਡਾ ਇਹ ਹੈ ਕਿ ਜਦੋਂ ਅਸੀਂ ਗਰਮ ਪਾਣੀ 'ਚ ਬੈਠਦੇ ਹਾਂ ਤਾਂ ਤੁਹਾਡਾ ਬਲੱਡ ਸਰਕੂਲੇਸ਼ਨ ਵੱਧਦਾ, ਤੁਹਾਡੀਆਂ ਖੂਨ ਦੀਆਂ ਨਾੜਾਂ ਜਿਹੜੀਆਂ ਨੇ ਉਹ ਤੁਸੀਂ ਦੇਖਿਆ ਹੋਣਾ, ਮਾੜਾ ਜਿਹਾ ਸੇਕ ਲੱਗ ਜੇ ਹੱਥ 'ਤੇ ਕੀ ਹੁੰਦਾ, ਲਾਲ ਲਾਲ ਹੋ ਜਾਂਦੀ ਨਾ ਸਕਿਨ। ਤਾਂ ਕੋਈ ਵੀ ਉਹ ਕਿਉਂ ਹੁੰਦੀ ਹੈ? ਕਿਉਂਕਿ ਬਾਡੀ ਗਰਮੀ ਨੂੰ ਉਹ ਗਰਮੀ ਨੂੰ ਐਂ ਮਹਿਸੂਸ ਲੈਂਦੀ ਹੈ, ਪਰਸੀਵ ਕਰਦੀ ਹੈ ਵੀ ਕੋਈ ਚੀਜ਼ ਜਿਹੜੀ ਹੈ ਇਹ ਕੋਈ ਡੈਮੇਜ ਕਰਨ ਵਾਲੀ ਆ ਗਈ, ਹਾਰਮਫੁਲ ਆ ਗਈ। ਅਸੀਂ ਉਹਨਾਂ ਖਾ ਗਰਮ ਕਰਦੇ ਜਿਹੜਾ ਕਿ ਨੁਕਸਾਨ ਨਹੀਂ ਕਰੇਗਾ, ਲੇਕਿਨ ਬਾਡੀ ਨੂੰ ਮੈਸੇਜ ਅਸੀਂ ਦਿੱਤਾ ਵੀ ਡਿਫੈਂਡ ਕਰ, ਸਟਿਮੂਲੇਟ ਕੀਤਾ, ਉਹਨੂੰ ਛੇੜਿਆ, ਉਹਦੇ ਡਿਫੈਂਸ ਸਿਸਟਮ ਨੂੰ। ਵੀ ਜਿਵੇਂ ਆਪਾਂ ਨਹੀਂ ਝੂਠਾ ਕੋਈ ਮੌਕ ਡਰਿਲ ਕਰਦੇ ਹਾਂ, ਤਾਂ ਇਹ ਅਸੀਂ ਮੌਕ ਡਰਿਲ ਕੀਤੀ ਬਾਡੀ ਨਾਲ ਕਿ ਉਹਨੂੰ ਗਰਮ ਪਾਣੀ ਟੱਚ ਕਰਾ ਕੇ ਕਿ ਵੀ ਸ਼ਾਇਦ ਕੋਈ ਬਾਡੀ ਨੂੰ ਐਕਸਟਰਾ ਨੁਕਸਾਨ ਨਾ ਹੋ ਜਾਏ। ਤਾਂ ਬਾਡੀ ਨੂੰ ਡਿਫੈਂਡ ਕਰਨ ਲਈ ਸਾਰਾ ਕੁਝ ਫਿਰ ਤੇਜ਼ ਕਰ ਦਿੰਦੀ ਹੈ। ਤਾਂ ਜਦੋਂ ਤੇਜ਼ ਕਰਦੀ ਹੈ ਤਾਂ ਉਹਦੇ ਅੰਦਰ ਜਿਹੜੇ ਦੋ ਮੈਕੈਨਿਜ਼ਮ ਨੇ ਕਿ ਇੱਕ ਤਾਂ ਖੂਨ ਦਾ ਦੌਰਾ ਤੇਜ਼ ਹੋ ਗਿਆ, ਇੱਕ ਖੂਨ ਦੀਆਂ ਨਾੜਾਂ ਖੁੱਲ੍ਹ ਗਈਆਂ। ਸੋ ਦੋ ਇੱਕ ਵੰਡਰਫੁਲ ਜਿਹੜੇ ਫਿਨੋਮੀਨਾ ਹੁੰਦੇ ਆ ਉਹਦੇ ਨਾਲ ਹੁੰਦਾ ਜਿਹੜਾ ਸਾਰੇ ਦਾ ਸਾਰਾ ਜਿਹੜਾ ਉੱਥੇ ਜੋ ਚੀਜ਼ ਪਹੁੰਚਣੀ ਹੈ ਸੈੱਲਾਂ ਦੀ ਫਟਾਫਟ ਪਹੁੰਚਣੀ ਸ਼ੁਰੂ ਹੋ ਜਾਂਦੀ ਹੈ, ਜੋ ਚੀਜ਼ ਕੱਢਣੀ ਹੈ ਉਹ ਫਟਾਫਟ ਕੱਢਣੀ ਸ਼ੁਰੂ ਹੋ ਜਾਂਦੀ ਹੈ। ਤਾਂ ਜਾਣ ਵਾਲਾ ਵੀ ਰੂਟ ਖੁੱਲ੍ਹ ਗਿਆ, ਐਫੀਸ਼ੀਐਂਟ ਹੋ ਗਿਆ, ਜੋ ਸੈੱਲਾਂ ਨੂੰ ਚਾਹੀਦਾ ਉਹ ਫਟਾਫਟ ਪਹੁੰਚ ਰਿਹਾ, ਜੋ ਉੱਥੇ ਬਣ ਰਿਹਾ ਵੇਸਟ ਮਟੀਰੀਅਲ ਉਹ ਫਟਾਫਟ ਬਾਹਰ ਆ ਰਿਹਾ। ਆਹੀ ਬਾਡੀ ਨੂੰ ਚਾਹੀਦਾ ਹੁੰਦਾ ਅਤੇ ਇਸੇ ਨਾਲ ਹੀ ਬਾਡੀ ਹੀਲ ਕਰ ਲੈਂਦੀ ਹੈ। ਅੱਛਾ, ਹੁਣ ਆਈਏ ਆਪਾਂ ਇਹ ਤਾਂ ਗੱਲ ਕੀਤੀ ਹੈ ਬਿਮਾਰਾਂ ਵਾਲੀ। ਬਿਮਾਰ ਜਿਹੜੇ ਨੇ ਉਹਨਾਂ ਨੂੰ ਆਪਾਂ ਕਿਸ ਤਰ੍ਹਾਂ ਹੀਲ ਕਰ ਸਕਦੇ ਹਾਂ, ਲੇਕਿਨ ਸਵਾਲ ਇੱਥੇ ਪੈਦਾ ਹੁੰਦਾ ਵੀ ਸਾਰੀ ਦੁਨੀਆ ਬਿਮਾਰ ਨਹੀਂ ਹੈਗੀ, ਲੇਕਿਨ ਬਿਮਾਰ ਹੋਣ ਦਾ ਖਤਰਾ ਬਣਿਆ ਹੋਇਆ। ਅਤੇ ਕੀ ਇੱਕ ਤੰਦਰੁਸਤ ਬੰਦੇ ਨੂੰ ਵੀ ਇਹ ਮੈਥਡ ਅਪਣਾਉਣਾ ਚਾਹੀਦਾ ਤਾਂ ਕਿ ਜਿਹੜਾ ਫਿਊਚਰ ਦੀਆਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚ ਸਕੇ, ਅਤੇ ਕਿੰਨੀ ਦੇਰ ਲਈ ਉਹ ਕਰਨਾ ਚਾਹੀਦਾ? ਬਹੁਤ ਵੰਡਰਫੁਲ ਸਵਾਲ ਹੈ ਤੁਹਾਡਾ। ਉਹਨੂੰ ਬਸ ਅੱਧਾ ਘੰਟਾ ਬਹੁਤ ਹੈ, 40 ਮਿੰਟ, ਅੱਧਾ ਘੰਟਾ 40 ਮਿੰਟ ਇੰਨੀ ਹੈਲਦੀ ਬੰਦੇ ਲਈ ਪ੍ਰੀਵੈਂਸ਼ਨ ਵਾਸਤੇ। ਤਾਂ ਤੁਸੀਂ ਜੇ ਅਗਰ ਦਫ਼ਤਰ 'ਚੋਂ ਆਏ ਹੋ ਤਾਂ ਆ ਕੇ ਆਪਣਾ ਜੇ ਟਾਈਮ ਹੈਗਾ ਤਾਂ ਥੋੜ੍ਹਾ ਜਿਹਾ ਤੇਲ ਮਲੋ ਸਰੀਰ 'ਤੇ, ਹਲਕੀ ਫੁਲਕੀ ਮਾਲਿਸ਼ ਕਰੋ, ਸਰੋਂ ਦੇ ਤੇਲ ਦੀ ਕਰ ਲਓ, ਖੋਪੇ ਤੇਲ ਦੀ ਕਰ ਲਓ, ਔਰ ਫਿਰ ਗਰਮ ਪਾਣੀ 'ਚ ਵੜ ਜਾਓ। ਉਹ ਤੁਸੀਂ ਜੋ ਫੀਲਿੰਗ ਆਏਗੀ ਤੁਹਾਨੂੰ, ਉਹ ਜੋ ਮਹਿਸੂਸ ਕਰੋਗੇ ਤੁਸੀਂ, ਉਹ ਤਾਂ ਮਤਲਬ ਹਾਂ ਹੈਵਨਲੀ ਫੀਲਿੰਗ ਕਿ ਕਿਆ ਬਾਤ ਹੈ, ਵਾਹ, ਮਤਲਬ ਵਾਹ ਫੀਲਿੰਗ ਆਏਗੀ ਕਿ ਕਿਆ ਬਾਤ ਹੈ। ਤਾਂ ਉਹਦਾ ਮਤਲਬ ਹੈ ਬਾਡੀ ਸਾਰੀ ਆਪਣੇ ਜੋ ਤੁਹਾਡੇ ਸਰੀਰ 'ਚ ਸਾਰੇ ਦਿਨ ਦੀ ਥਕਾਵਟ ਦਾ ਕਚਰਾ ਮਚਰਾ ਗੰਦ ਮੰਦ ਇਕੱਠਾ ਹੋਇਆ ਸੀਗਾ, ਫਟਾਫਟ ਸਰੀਰ ਨੇ ਉਹ ਮਾਰਿਆ ਚੱਕ ਕੇ। ਯੂਰਨ ਆਊਟਪੁੱਟ ਵੱਧ ਜਾਂਦਾ, ਗੁਰਦੇ ਫਟਾਫਟ ਪਿਸ਼ਾਬ ਬਣਾਉਣਾ ਸ਼ੁਰੂ ਕਰ ਦਿੰਦੇ ਆ ਤਾਂ ਕਿ ਉਹ ਗੰਦਗੀ ਨਿਕਲੇ, ਲਿਵਰ ਫਟਾਫਟ ਕੰਮ ਕਰਨਾ ਸ਼ੁਰੂ ਕਰ ਦਿੰਦਾ, ਚਮੜੀ ਦਾ ਪਸੀਨਾ ਕੱਢਣਾ ਸ਼ੁਰੂ ਕਰ ਦਿੰਦੀ ਹੈ, ਸਾਰੇ ਅੰਗ ਆਪੋ ਆਪਣਾ ਕੰਮ ਤੇਜ਼ੀ ਨਾਲ ਕਰਨ ਲੱਗ ਜਾਂਦੇ ਆ। ਚਮੜੀ ਨੇ ਪਸੀਨਾ ਕੱਢਤਾ,
गुर्दे ने सुसु कढ़ता, लिवर ने फटाफट डिटॉक्सीफिकेशन करती, ब्रेन तक वो ज़्यादा पहुँचने लग गया, ब्रेन फ्रैश हो गया। तो हर अंग जिहड़ा वो अपनी पूरी वो उस फॉर्म 'ਚ आ ਜਾਂਦਾ ਜਿਵੇਂ ਤੁਸੀਂ ਸਵੇਰੇ ਤਾਜ਼ੇ ਉੱਠੇ ਹੋ। ਇਸ ਕਰਕੇ ਇਹ ਬਹੁਤ ਵੰਡਰਫੁਲ ਤਰੀਕਾ, ਦੋਨੋਂ ਤਰੀਕੇ ਹੀ, ਹੈਡ ਡਾਊਨ ਟਿਲਟ ਵਾਲਾ ਵੀ ਤੇ ਉਹ ਵੀ ਹੈਡ ਡਾਊਨ ਟਿਲਟ ਵੀ ਹੈਲਦੀ ਬੰਦੇ ਨੂੰ ਕਰਨਾ ਚਾਹੀਦਾ। ਜਦੋਂ ਤੁਸੀਂ ਦਿਨ 'ਚ ਸੌਣ ਲੱਗੇ ਹੋ, ਲੇਟਣ ਲੱਗੇ ਹੋ ਤਾਂ ਉਹ ਬਹੁਤ ਅੱਧਾ ਪੌਣਾ ਘੰਟਾ ਜਿਹਨਾਂ 'ਚ ਤੁਸੀਂ ਮੰਨ ਲਓ ਤੁਸੀਂ ਨੈਪ ਮਾਰਨ ਲੱਗੇ ਹੋ ਦੁਪਹਿਰ ਦਾ, ਤਾਂ ਉਹ ਇਹੋ ਜਿਹਾ ਬੈੱਡ ਘਰ 'ਚ ਲਾ ਕੇ ਰੱਖੋ ਜੇ ਉਸ ਬੈੱਡ 'ਤੇ ਜਾ ਕੇ ਸੋ ਜਾਓ। यस आप अगर आएंगे हिम्स हॉस्पिटल में, हॉस्पिटल एंड इंस्टीट्यूट ऑफ इंटीग्रल मेडिकल साइंसेज चंडीगढ़ डेराबस्सी में हॉस्पिटल है ऑन द मेन हाईवे। अगर आप आते हैं तो यहाँ पे आपको बहुत सारे कैंसर पेशेंट मिलेंगे, एंड स्टेज कैंसर पेशेंट मिलेंगे। एंड सिर्फ फ़र्क ये देखेंगे व्हेन यू कंपेयर दीज पेशेंट्स विद द पेशेंट इन अदर हॉस्पिटल ऑफ सिमिलर काइंड, फ़र्क ये देखेंगे कि ये कंफर्टेबल है। दूसरा फ़र्क ये देखेंगे कि ये आपको लगेगा नहीं कि ये पेशेंट हैं, वो दर्द रहित हैं। कि शुगर बीपी सिर्फ 7 दिन में बिना 1 रुपए की दवाई के 90% लोगों का यहाँ हिम्स हॉस्पिटल चंडीगढ़ में भर्ती होकर खाने पीने को ठीक करके रिवर्स किया जा सकता है। सैकड़ों पेशेंट हो चुके हैं। अगर ज़ुबान पे लगाम है तो 3 लोगों से वास्ता नहीं पड़ेगा आपका। खाने के लिए है तो डॉक्टर से वास्ता नहीं पड़ेगा, बोलने के लिए है तो पुलिस और वकील से वास्ता नहीं पड़ेगा, और प्रोफेशनली इन तीनों से वास्ता ना पड़े तो ज़्यादा अच्छा है। दूसरा, दुनिया की कोई भी ऐसी बीमारी नहीं है जो खाने पीने से हो नहीं जाती है और फिर रेगुलेट नहीं हो सकती है। तो ये दोनों बातें वैसे ही चलती हैं। 5 पिलर्स हैं हमारे, 5 पिलर्स: डाइट, मेडिसिनल प्लांट्स, फिजिकल एक्सरसाइज या फिजिकल वर्क, माइंड मैनेजमेंट और टेकिंग द हेल्प ऑफ वेरियस पैथीज, ऑल द पैथीज। तो ये हम 5 पिलर्स पे काम करते हैं। जब हम इन 5 पिलर्स पे काम करते हैं तो बॉडी अंदर से जब हील होने लगती है तो थायराइड की समस्या जो अपने आप ही ठीक होने लगती है। चंडीगढ़ में भारत का पहला इंटीग्रेटेड मेडिकल साइंसेज का हॉस्पिटल शुरू किया गया है, जिसका नाम हिम्स रखा गया है, हॉस्पिटल एंड इंस्टीट्यूट ऑफ इंटीग्रेटेड मेडिकल साइंसेज, जहां एलोपैथी, आयुर्वेद, होम्योपैथी, नेचुरोपैथी सब एक ही साथ पेशेंट को ठीक करने के उद्देश्य से काम करती हैं सारी पैथी। इसमें डॉक्टर विश्वरूप राय चौधरी, डॉक्टर अमर सिंह आजाद, डॉक्टर अवधेश पांडे, आचार्य मनीष, डॉक्टर खादर फली और इन सब की पूरी नॉलेज, ट्रेनिंग और एजुकेशन को यूज किया जा रहा है। लीवर फेल हो, किडनी खराब हो, हार्ट की प्रॉब्लम हो, जोड़ों का दर्द हो, ऑटो इम्यून डिजीज हो, स्टेज 4 कैंसर हो, कोई भी ऐसी बीमारी जो डॉक्टर ने आपको लाइलाज बताई हो या आपको कोई ऑपरेशन बताया हो, तो आप हिस हॉस्पिटल हिम्स में संपर्क कर सकते हैं और बीमारी की जड़ पर काम कर सकते हैं। रहना, खाना, पीना सब अरेंजमेंट है। अभी भारत में पटियाला में, जीरकपुर, चंडीगढ़, डेराबस्सी और दिल्ली में 14 क्लिनिक शुरू हो चुके हैं, जहां पर सिर्फ खाना पीना और लाइफस्टाइल को ठीक करके बीमारियों को रिवर्स करना सिखाया जाता है। और एक हॉस्पिटल डेराबस्सी जो चंडीगढ़ में है वो शुरू हो चुका है। ये सब हिम्स के नाम से काम कर रहे हैं। तो अगर आप भी किसी गंभीर बीमारी से परेशान हैं तो जल्द संपर्क करें हिम्स हॉस्पिटल चंडीगढ़ में। ਉਹਦੇ ਨਾਲ ਤੁਸੀਂ ਇੱਕ ਫੀਲ ਹੀ ਲੱਗ ਆਏਗੀ ਤੁਹਾਨੂੰ, ਤਾਂ ਉਹਦੇ ਨਾਲ ਜਿਹੜੀਆਂ ਪ੍ਰੀਵੈਂਸ਼ਨ ਹੈ ਬਿਮਾਰੀਆਂ ਦੀ ਉਹ ਵੀ ਹੋ ਜਾਏਗੀ। ਬਿਲਕੁਲ ਸਹੀ ਹੈ ਤੁਹਾਡੀ ਗੱਲ ਕਿ ਹੈਲਦੀ ਬੰਦੇ ਨੂੰ ਵੀ ਇਹ ਤਰੀਕੇ ਅਡਾਪਟ ਕਰਨੇ ਚਾਹੀਦੇ ਨੇ, ਲੇਕਿਨ ਥੋੜ੍ਹੇ ਹਲਕੇ ਫੁਲਕੇ ਅਤੇ ਡਿਊਰੇਸ਼ਨ ਘਟਾ ਕੇ। ਉਹਦਾ ਟੈਂਪਰੇਚਰ ਵੀ ਘਟਾ ਸਕਦੇ ਆਪਾਂ, ਜੇ ਤੁਹਾਨੂੰ 40 ਡਿਗਰੀ ਜ਼ਿਆਦਾ ਲੱਗਦਾ 38 ਡਿਗਰੀ ਵੀ ਆਪਾਂ ਕਰ ਲਾਂਗੇ ਤਾਂ ਵੀ ਉਹਦੇ ਗੁਣ ਆਉਣਗੇ। ਜੇ ਮੰਨ ਲਓ ਕਿਸੇ ਨੂੰ 40 ਡਿਗਰੀ ਜ਼ਿਆਦਾ ਲੱਗਦਾ ਹੋਵੇ ਤਾਂ ਇਸੇ ਤਰ੍ਹਾਂ ਟਿਲਟ ਜਿਹੜੀ ਆ ਉਹ ਆਪਾਂ 7.5 ਇੰਚ ਕਰਨ ਦੀ ਬਜਾਏ ਥੋੜ੍ਹੀ ਘੱਟ ਕਰ ਲਾਂਗੇ ਤਾਂ ਵੀ ਕੰਮ ਚੱਲ ਜਾਏਗਾ। ਹੁਣ ਆਈਏ ਜਿਹੜਾ ਇੰਪੋਰਟੈਂਟ ਸਵਾਲ ਹੈ ਉਹ ਇਹ ਹੈਗਾ ਕਿ ਪਾਣੀ, ਸਿਰਫ ਪਾਣੀ ਜਾਂ ਫਿਰ ਆਪਾਂ ਉਹਦੇ 'ਚ ਕੁਝ ਐਡ ਵੀ ਕਰ ਸਕਦੇ, ਜਿਵੇਂ ਪਿੰਕ ਰੌਕ ਸਾਲਟ ਹੈ ਜਾਂ ਜਿਵੇਂ ਕੋਈ ਆਇਲ ਹੈ, ਜਿਸ ਤਰ੍ਹਾਂ ਮੈਗਨੀਸ਼ੀਅਮ ਆਇਲ ਹੈ ਜਾਂ ਕੋਈ ਚੀਜ਼ ਇਸ ਤਰ੍ਹਾਂ ਦੀਆਂ ਨੇ ਆਇਲਸ ਨੇ ਜਿਹੜੇ ਕਿ ਬੋਡੀ ਨੂੰ ਸਟੀਮੂਲੇਸ਼ਨ ਦੇ ਵਿੱਚ ਕਾਫੀ ਹੈਲਪ ਕਰਦੇ ਨੇ, ਜਾਂ ਫਿਰ ਉਹ ਆਇਲ ਬੋਡੀ ਦੇ ਪੋਰਾਂ ਰਾਹੀਂ ਅੰਦਰ ਜਾ ਕੇ ਜਿਹੜੀਆਂ ਅੰਦਰ ਦੀਆਂ ਕਮੀਆਂ ਜਿਹੜੀਆਂ ਨੇ ਉਹ ਵੀ ਪੂਰੀਆਂ ਕਰਦੇ, ਨਾਲ ਉਹ ਵੀ ਪੂਰੀਆਂ ਹੋ ਜਾਣ, ਨਾਲ ਕੁਝ ਵਿੱਚ ਮਿਕਸ ਵੀ ਕਰਨਾ। ਵੈਸੇ ਤਾਂ ਕੋਈ ਲੋੜ ਨਹੀਂ ਹੈ, ਕੋਈ ਬੋਡੀ ਦੇ ਪਾਣੀ ਦੇ ਆਪਣੇ ਗੁਣ ਹੀ ਬਹੁਤ ਨੇ, ਕਿਉਂਕਿ ਮਿਕਸ ਕਰਾਂਗੇ ਬਹੁਤ ਮਾਤਰਾ 'ਚ ਮਿਕਸ ਕਰਨਾ ਪਏਗਾ, ਪਾਣੀ ਬਹੁਤ ਜ਼ਿਆਦਾ ਹੋਵੇਗਾ ਨਾ। ਜੇ ਤਾਂ ਆਪਾਂ ਬਾਲਟੀ 'ਚ ਪਾਉਣਾ ਹੋਵੇ ਪਾਣੀ ਤਾਂ ਫਿਰ ਤਾਂ ਵੈਸੇ ਐਪਸਮ ਸਾਲਟ ਜਿਹੜਾ ਹੈ, ਜੇ ਬਹੁਤ ਜ਼ਿਆਦਾ ਕੋਈ ਬੰਦਾ ਤੰਗ ਹੈ, ਮਸਕੂਲਰ ਪੇਨ ਜ਼ਿਆਦਾ, ਫਾਈਬਰੋਮਾਈਲਜੀਆ ਬਹੁਤ ਜ਼ਿਆਦਾ, ਤਾਂ ਐਪਸਮ ਸਾਲਟ ਹੈ
ਜਿਵੇਂ ਆਪਾਂ ਪਹਿਲਾਂ ਕਹਿੰਦੇ ਹੁੰਦੇ ਸੀ, ਜਿਵੇਂ ਬੰਦੇ ਦੇ ਕਿਤੇ ਥਕਾਵਟ ਹੋ ਗਈ ਜਾਂ ਸੋਜ ਆ ਗਈ ਜਾਂ ਕੁਛ ਆ ਗਈ ਤਾਂ ਉਹਨੂੰ ਸਰੋਂ ਦਾ ਤੇਲ ਪਾ ਕੇ, ਨਮਕ ਪਾ ਕੇ ਉਹਦੇ 'ਚ ਤਾਂ ਉਹਨੂੰ ਲੋਕਲ ਵਾਸਤੇ, ਹੱਥਾਂ ਵਾਸਤੇ, ਪੈਰਾਂ ਵਾਸਤੇ ਠੀਕ ਹੈ। ਸਾਰੀ ਬਾਡੀ ਨੂੰ ਨਮਕ 'ਚ ਨਹੀਂ ਆਪਾਂ ਕਵਾਂਗੇ, ਨਮਕੀਨ ਪਾਣੀ 'ਚ ਬਣਾਉਣਾ ਚਾਹੀਦਾ। ਲੇਕਿਨ ਮੈਗਸੈਲਫ ਜਿਹੜਾ ਐਪਸਮ ਸਾਲਟ ਹੈ, ਐਪਸਮ ਸਾਲਟ ਬਾਡੀ 'ਚ ਅਬਜ਼ੌਰਬ ਨਹੀਂ ਹੁੰਦਾ, ਉਹ ਉਹਨਾਂ ਕੀ ਅਬਜ਼ੌਰਬ ਹੁੰਦਾ ਹਲਕਾ ਹੁਲਕਾ ਜਿਹਾ, ਜਿਹਦੇ ਨਾਲ ਕਿ ਤੁਹਾਨੂੰ ਉਹ ਤਰੋਤਾਜ਼ਾ ਕਰ ਦਿੰਦਾ। ਐਪਸਮ ਸਾਲਟ ਬਾਥ ਲਿੱਤਾ ਜਾ ਸਕਦਾ, ਲੇਕਿਨ ਮੇਰੇ ਖਿਆਲ 'ਚ ਇਸ ਚੱਕਰ 'ਚ ਪੈਣ ਦੀ ਲੋੜ ਨਹੀਂ ਹੈ। ਇਸ ਚੱਕਰ 'ਚ ਪੈਣ ਦੀ ਜ਼ਰੂਰਤ ਨਹੀਂ, ਐਵੇਂ ਕੰਪਲੀਕੇਟ ਹੋਏਗਾ। ਅਤੇ ਮੈਂ ਕਹਿੰਦਾ ਉਹਦਾ ਪਲੇਨ ਵਾਟਰ ਹੀ ਠੀਕ ਹੈ, ਕੀਤਾ ਜਾ ਸਕਦਾ। ਤੁਹਾਡੀ ਗੱਲ ਸਹੀ ਹੈ, ਉਹ 'ਚ ਕਈ ਕੁਛ ਪਾਇਆ ਜਾ ਸਕਦਾ, ਈਵਨ ਨਿੰਬੂ ਪਾਇਆ ਜਾ ਸਕਦਾ, ਅਦਰਕ ਪਾਈ ਜਾ ਸਕਦੀ ਹੈ, ਈਵਨ ਹਲਦੀ ਪਾਈ ਜਾ ਸਕਦੀ ਹੈ। ਪਰ ਉਹ ਪਾਣੀ ਬਹੁਤ ਜ਼ਿਆਦਾ ਹੋਗਾ, ਮਾਤਰਾ ਬਹੁਤ ਪਾਣੀ ਪਏਗੀ, ਉਹਨੂੰ ਉਸ ਪਾਣੀ ਨੂੰ ਫਿਰ ਡਿਸਪੋਜ਼ ਆਫ ਕਰਨਾ ਔਖਾ ਹੋ ਜਾਏਗਾ। ਡਾਕਟਰ ਸਾਹਿਬ ਜੇਕਰ ਬਿਮਾਰ ਆ ਬੰਦਾ ਤਾਂ ਉਹਨੂੰ ਦਵਾਈਆਂ ਨਾਲ ਤਾਂ ਠੀਕ ਹੈ ਨਾ ਇਹ ਚੀਜ਼? ਹਾਂ ਨਹੀਂ, ਪਰ ਉਹਦੇ ਲਈ ਜ਼ਰੂਰਤ ਨਹੀਂ ਹੈ, ਉਹਦੀ ਕੋਈ ਜ਼ਰੂਰਤ ਨਹੀਂ ਹੈ। ਹੋਲ ਬਾਡੀ ਦੇ ਵਾਸਤੇ ਨਹੀਂ ਇੰਨੀ ਜ਼ਰੂਰਤ ਹੈ। ਇਸ ਕਰਕੇ ਮੇਰੇ ਖਿਆਲ 'ਚ ਪਲੇਨ ਵਾਟਰ ਹੀ ਠੀਕ ਹੈ ਇਹਦੇ। ਅੱਛਾ, ਹੁਣ ਤੁਸੀਂ ਇਹ ਸਾਰੀ ਰਿਸਰਚ ਜਿਹੜੀ ਹੈ ਉਹ ਹਿਮਸ ਹਸਪੀਟਲ ਦੇ ਵਿੱਚ ਕੀਤੀ ਹੈਗੀ ਹੈ। ਹਿਮਸ ਦੇ ਵਿੱਚ ਜਿਹੜੇ ਰਿਸਰਚ ਤੁਸੀਂ ਕੀਤੀ ਹੈ ਉਹਦੇ ਵਿੱਚ ਤੁਸੀਂ ਸਾਰੇ ਜਣੇ ਐਕਸਪਰਟ ਵੀ ਹੈਗੇ ਹੋ, ਅਤੇ ਕੁਛ ਬੰਦੇ ਦੇ ਸਵਾਲ ਮਨ ਦੇ ਵਿੱਚ ਆਉਂਦਾ, ਯਾਰ ਸ਼ਾਇਦ ਮੇਰੇ ਕੋਲ ਹੋਵੇ ਨਾ ਹੋਵੇ, ਡਾਇਲਿਸਿਸ 'ਤੇ ਬੰਦਾ ਪਿਆ ਹੈ ਜਾਂ ਬਹੁਤ ਜ਼ਿਆਦਾ ਬਿਮਾਰ ਹੈ, ਉਹਦੇ ਗੁਰਦੇ ਖਰਾਬ ਨੇ, ਉਹਨੂੰ ਬਵਾਸੀਰ ਦਾ ਉਹਨੂੰ ਆਪਰੇਸ਼ਨ ਦੱਸ ਦਿੱਤਾ ਗਿਆ, ਉਹਨੂੰ ਡਿਪਰੈਸ਼ਨ ਹੈਗਾ, ਉਹਨੂੰ ਸ਼ੂਗਰ ਦੇ ਕਰਕੇ ਪ੍ਰੋਬਲਮ ਹੈਗੀ ਹੈ। ਇੱਦਾਂ ਦੀਆਂ ਬਿਮਾਰੀਆਂ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਹੌਟ ਵਾਟਰ ਜਿਹੜੀ ਥੈਰੇਪੀ ਜਿਹੜੀ ਦੱਸੀ ਹੈਗੀ ਹੈ, ਕੀ ਇਹ ਤੁਸੀਂ ਜੇ ਤੁਹਾਡੇ ਉੱਥੇ ਜਾ ਕੇ ਬੰਦਾ ਕਰਵਾਉਂਦਾ, ਦਾਖਲ ਹੁੰਦਾ ਜਾਂ ਕੁਛ ਕਰਦਾ, ਤਾਂ ਉੱਥੇ ਤੁਸੀਂ ਸਾਰਾ ਅੰਡਰ ਆਬਜ਼ਰਵੇਸ਼ਨ ਹੋਏਗਾ ਸਾਰਾ ਕੁਝ? ਹਾਂ, ਹਿਮਸ ਦੇ ਵਿੱਚ ਤਾਂ ਸਾਰੀ ਫੈਸਿਲਿਟੀ ਹੈਗੀ ਹੈ। ਹਿਮਸ ਦੇ ਜੇ ਟੱਬ ਵੀ ਲੱਗੇ ਹੋਏ ਆ, ਹੌਟ ਵਾਟਰ ਸਾਰਾ ਕੁਛ ਹੈਗਾ ਉੱਥੇ। ਤਾਂ ਮੱਡ ਬਾਥ ਹੈ ਉੱਥੇ, ਪੂਰਾ ਪੰਚਕਰਮਾ ਦਾ ਪੂਰਾ ਸਿਸਟਮ ਹੈ ਜਿਹਦੇ 'ਚ ਇਹ ਟੱਬ ਵੀ ਲੱਗੇ ਹੋਏ ਆ। ਉੱਥੇ ਹਿਮਸ ਦੇ ਵਿੱਚ ਦਾਖਲ ਹੋ ਕੇ ਤਾਂ ਸਭ ਕੁਝ ਕਰਾਇਆ ਜਾ ਸਕਦਾ। ਔਰ ਅਸੀਂ ਰਿਕਮੈਂਡ ਵੀ ਕਰਦੇ ਹਾਂ ਕਿ ਤੁਸੀਂ ਬਹੁਤ ਲੰਬਾ ਸਮਾਂ ਨਹੀਂ ਰਹਿਣਾ, ਤਾਂ ਕਮ ਸੇ ਕਮ ਜਾ ਕੇ ਹਫ਼ਤਾ 5-7 ਦਿਨ 10 ਦਿਨ ਲਾ ਕੇ ਆਓ, ਤਾਂ ਕਿ ਤੁਸੀਂ ਉਹਦਾ ਫਿਰ ਤੁਹਾਡੀ ਮਾਈਂਡ ਦੀ ਉਹਦਾ ਜਿਹੜਾ ਤੁਹਾਨੂੰ ਕੰਮ ਦੂਰੋਂ ਇੱਕ ਵਾਰੀ ਸੁਣ ਕੇ ਔਖਾ ਲੱਗਦਾ, ਫਿਰ ਤੁਹਾਨੂੰ ਬਹੁਤ ਸੌਖਾ ਲੱਗਣ ਲੱਗ ਜਾਏਗਾ। ਤੁਹਾਨੂੰ ਲੱਗੂਗਾ ਯਾਰ ਕੀ ਖਾਸ ਗੱਲ ਹੈ, ਮੈਂ ਰੋਜ਼ ਤਾਂ ਕਰਕੇ ਆਇਆ। ਖਾਣਾ ਪੀਣਾ ਹਰ ਚੀਜ਼ ਉੱਥੇ, ਹਰ ਸਵੇਰੇ ਉੱਠਣ ਤੋਂ ਲੈ ਕੇ ਸੌਣ ਤੱਕ ਤੁਹਾਨੂੰ ਹਰ ਚੀਜ਼ ਸਿਖਾਈ ਜਾਣੀ ਹੈ। ਹਾਂ, ਉਹਨੂੰ ਜਾਂਚ ਸਿਖਾ ਦੇਣੀ ਹੈ, ਯੋਗਾ ਕਿੱਦਾਂ ਕਰਨਾ ਹੈ, ਮੈਡੀਟੇਸ਼ਨ ਕਿੱਦਾਂ ਕਰਨੀ ਹੈ, ਪਾਣੀ ਕਿੱਦਾਂ ਪੀਣਾ, ਖਾਣਾ ਕੀ ਹੈ ਕੀ ਨਹੀਂ ਖਾਣਾ, ਹਰ ਚੀਜ਼ ਜਿਹੜੀ ਉਹ ਸਿਖਾਈ ਜਾਣੀ ਹੈ। ਅਤੇ ਇਸ ਕਰਕੇ ਅਸੀਂ ਕਹਿੰਦੇ ਹਾਂ ਕਿ ਜੇ ਕੋਈ ਜ਼ਿਆਦਾ ਔਖਾ ਹੈ ਤਾਂ ਉਹ ਜਾ ਕੇ ਦਾਖਲ ਹੋਵੇ ਉੱਥੇ 5 ਦਿਨ 7 ਦਿਨ 10 ਦਿਨ, ਤਾਂ ਉਹ ਸਿੱਖ ਕੇ ਆ ਜਾਏਗਾ। ਸੋ ਇਹ ਬਹੁਤ ਹੀ ਵਧੀਆ ਤੁਹਾਡਾ ਜਿਹੜਾ ਹੈਗਾ ਸਵਾਲ, ਕਿ ਕਈ ਬੰਦੇ ਨੂੰ ਲੱਗੇਗਾ ਬੜਾ ਔਖਾ ਜਿਹਾ, ਉੱਥੇ ਲਾਇਓ ਹਫ਼ਤਾ 10 ਦਿਨ ਲਾਓਗੇ ਤਾਂ ਆਪੇ ਸਿੱਖ ਕੇ ਆ ਜਾਓਗੇ। ਇੱਕ ਮਨੀਕਰਨ ਸਾਹਿਬ ਜਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਜਿਹੜਾ ਉਹ ਬੜਾ ਗਰਮ ਪਾਣੀ ਉੱਥੋਂ ਨਿਕਲਦਾ ਹੈਗਾ, ਅਤੇ ਉੱਥੇ ਪੂਰਾ ਜਿਹੜਾ ਸਰੋਵਰ ਵੀ ਹੈਗਾ, ਉਹਦੇ ਵਿੱਚ ਬੈਠ ਕੇ ਵੀ ਜਿਹੜੇ ਲੋਕ ਜਿਹੜੇ ਸਪਿਰਿਚੁਅਲੀ ਜਿਹੜੇ ਜਾਂਦੇ ਨੇ ਉੱਥੇ ਬੈਠ ਕੇ ਵੀ ਇਲਾਜ ਕਰਵਾ ਕੇ। ਬਿਲਕੁਲ, ਉਹ ਬਹੁਤ ਹੀ ਵਧੀਆ, ਉਹ ਬਹੁਤ ਵਧੀਆ। ਮੈਂ ਗਿਆ ਹੋਇਆ ਉੱਥੇ, ਅਤੇ ਬੜਾ ਮਜ਼ਾ ਆਉਂਦਾ, ਹਾਲਾਂਕਿ ਉਹ ਪਾਣੀ ਇੰਨਾ ਗਰਮ ਹੈ ਅਤੇ ਉਹਦੇ ਬਹੁਤ ਚਿਰ ਬੈਠਣਾ ਬੜਾ ਔਖਾ ਹੈ। ਅਤੇ ਵਧੀਆ, ਉਹ ਵੀ ਸੇਮ ਉਹ ਜਿਹੜੇ ਜੁੜੀਆਂ ਹੋਈਆਂ ਗੱਲਾਂ ਵੀ ਉੱਥੇ ਜਾ ਕੇ ਬੰਦਾ ਠੀਕ ਹੋ ਜਾਂਦਾ। ਉਹ ਇਹੋ ਜਿਹੇ ਕੋਈ ਨਾ ਕੋਈ ਬੇਸਿਸ ਹੁੰਦੇ ਆ ਉਹਦੇ ਠੀਕ। ਮਤਲਬ ਨਾੜਾਂ ਖੁੱਲ੍ਹ ਜਾਂਦੀਆਂ ਉਹਦੇ ਵਿੱਚ ਬੈਠ ਕੇ ਪੂਰਾ ਦਾ ਪੂਰਾ ਗਰਦਨ ਤੱਕ ਬੰਦਾ ਬੈਠ ਸਕਦਾ। ਬਿਲਕੁਲ, ਉਹ ਤਾਂ ਪੂਰਾ ਇਸ਼ਨਾਨ ਹੁੰਦਾ ਨਾ। ਬਿਲਕੁਲ ਠੀਕ ਹੈ ਗੱਲ ਤੁਹਾਡੀ। ਅਤੇ ਕੁਛ ਜਾਂਦੇ ਵਕਤ ਕੁਛ ਟਿਪ ਆਫ ਦਾ ਇੰਟਰਵਿਊ ਜਿਹੜਾ ਕਿ ਇਸ ਸਾਰੇ ਸਿਸਟਮ ਨੂੰ ਜਿਹੜਾ ਇੱਕੋ ਨਿਚੋੜ ਦੇ ਵਿੱਚ ਕੱਢ ਕੇ ਦਈਏ। ਕੁਲਵੰਤ ਜੀ, ਉਹਦਾ ਜਿਹੜਾ ਨਿਚੋੜ ਤਾਂ ਇਹ ਹੈ ਕਿ ਆਪਾਂ ਇਸ ਗੱਲ ਨੂੰ ਸਮਝੀਏ ਕਿ ਹੋਲ ਬਾਡੀ ਹੀਲਿੰਗ ਜਿਹੜੀ ਹੈ, ਇਹ ਅੱਜ ਦੇ ਆਉਣ ਵਾਲੇ ਭਵਿੱਖ ਦੀ ਮੈਡੀਸਨ ਹੈ। ਆਉਣ ਵਾਲੇ ਜਿਹੜਾ ਹੈਲਥ ਠੀਕ ਰੱਖਣੀ, ਅਸੀਂ ਬਿਮਾਰੀਆਂ ਤੋਂ ਬਚਣਾ ਹੈ ਜਾਂ ਬਿਮਾਰੀਆਂ ਠੀਕ ਕਰਨੀਆਂ ਨੇ, ਉਹਦੇ ਸਾਡੇ ਕੋਲ ਇੱਕ ਸਿੰਗਲ ਵਰਡ ਟੂਲ ਯਾਦ ਰੱਖਣਾ, ਹੋਲ ਬਾਡੀ ਹੀਲਿੰਗ, ਕਿ ਪੂਰੇ ਸਰੀਰ ਨੂੰ ਇਕੱਠਾ ਠੀਕ ਕਰਨਾ ਹੈ। ਕਿਉਂਕਿ ਪੂਰਾ ਸਰੀਰ ਇਕੱਠਾ ਹੀ ਕੰਮ ਕਰਦਾ, ਇਕੱਠਾ ਹੀ ਬਿਮਾਰ ਹੁੰਦਾ ਹੈ। ਇੱਕ ਅੰਗ ਬਿਮਾਰ ਹੋ ਗਿਆ ਤਾਂ ਮਤਲਬ ਇਹ ਨਹੀਂ ਵੀ ਸਰੀਰ ਤੰਦਰੁਸਤ ਹੈ। ਸਰੀਰ ਬਿਮਾਰ ਹੁੰਦਾ, ਫਿਰ ਉਹ ਅੰਗ ਬਿਮਾਰ ਹੁੰਦਾ। ਉਹ ਸਿਰਫ ਇਹ ਵੀ ਕਿਸੇ ਅੰਗ 'ਚ ਬਿਮਾਰੀ ਜ਼ਿਆਦਾ ਦਿਖ ਰਹੀ ਹੁੰਦੀ ਹੈ, ਸਿਰਫ ਇੰਨਾ ਹੀ ਫਰਕ ਹੁੰਦਾ। ਇਸ ਕਰਕੇ ਹੋਲ ਬਾਡੀ ਹੀਲਿੰਗ ਨੂੰ ਸਮਝੀਏ ਅਤੇ ਹੋਲ ਬਾਡੀ ਹੀਲਿੰਗ ਦੇ ਤਰੀਕਿਆਂ ਨੂੰ ਸਮਝੀਏ। ਜਿਹੜੀਆਂ ਕੈਮੀਕਲ ਦਵਾਈਆਂ ਖਾਣਾ ਜਾਂ ਕੋਈ ਸਰਜਰੀ ਕਰਾਉਣੀ ਜਾਂ ਕੋਈ ਰੇਡੀਓਥੈਰੇਪੀ ਕਰਾਉਣੀ ਵਰਗੀਆਂ ਜਿਹੜੀਆਂ ਤਰੀਕਾਂ ਨੇ, ਇਹ ਜਿਹੜੀਆਂ ਤਰੀਕੇ ਨੇ ਕਿਸੇ ਬਿਮਾਰੀਆਂ ਨੂੰ ਅਟੈਕ ਕਰਨ ਵਾਲੀ 'ਤੇ, ਜਾਂ ਐਂਟੀਬਾਇਓਟਿਕ ਖਾਣੇ, ਤਾਂ ਵੀ ਬਿਮਾਰੀ ਨੂੰ ਅਟੈਕ ਕਰ ਰਹੇ ਸੀ, ਲੇਕਿਨ ਉਹ ਬਿਮਾਰੀ ਨੂੰ ਅਟੈਕ ਇਸ ਢੰਗ ਨਾਲ ਕਰਦੇ ਹਾਂ ਅਸੀਂ ਕਿ ਬਾਡੀ ਸਗੋਂ ਵੀਕ ਹੋ ਜਾਂਦੀ ਹੈ। ਇੱਥੇ ਉਲਟਾ, ਅਸੀਂ ਬਾਡੀ ਨੂੰ ਸਟਰੋਂਗ ਕਰਨਾ ਅਤੇ ਫਿਰ ਬਾਡੀ ਜਿਹੜੀ ਉਹ ਆਪਣੇ ਆਪ ਹੀ ਅੰਗਾਂ ਨੂੰ ਠੀਕ ਕਰ ਲੈਂਦੀ ਹੈ। ਇਸ ਕਰਕੇ ਇਹ ਜਿਹੜੇ ਅੱਜ ਆਪਾਂ 2 ਟੈਕਨੀਕਸ ਦੀ ਗੱਲ ਕੀਤੀ ਹੈ, ਇਹ ਹੋਲ ਬਾਡੀ ਹੀਲਿੰਗ ਦੇ ਵੰਡਰਫੁਲ ਐਡੀਸ਼ਨਸ ਨੇ ਸਾਡੇ ਕੋਲ। ਜਦੋਂ ਸਾਡੇ ਕੋਲ ਬੜੀ ਲੰਬੀ ਲਿਸਟ ਹੈ ਪਹਿਲਾਂ ਹੀ ਵੀ ਆਹ ਚੀਜ਼ਾਂ ਅਸੀਂ ਕਰ ਸਕਦੇ ਹਾਂ। ਕਰੋਨਿਕ ਬਿਮਾਰੀਆਂ ਨਾਲ ਹੀ ਠੀਕ ਕਰ ਸਕਦੇ,
ਨਾਲੇ ਉਹਦੇ 'ਚ ਦੂਜੀ ਗੱਲ ਕੁਲਵੰਤ ਜੀ, ਕਿਸੇ ਕੋਈ ਇੱਕ ਅੱਗੇ ਆਮ ਤੌਰ 'ਤੇ ਹੁੰਦਾ ਸੀ ਵੀ ਫਲਾਣਾ ਟੋਟਕਾ, ਉਹ ਫਲਾਣਾ ਟੋਟਕਾ ਕਿਸੇ 'ਚ ਕਾਰਗਰ ਹੋ ਗਿਆ, ਕਿਸੇ 'ਚ ਨਾ ਹੋ ਗਿਆ। ਕਿਉਂ? ਕਿਉਂਕਿ ਟੋਟਕੇ ਦੀ ਕੰਟਰੀਬਿਊਸ਼ਨ 10% ਹੈ। ਜੇ ਤਾਂ ਬਿਮਾਰੀ ਹਲਕੀ ਫੁਲਕੀ ਹੋਊਗੀ ਤਾਂ 10% ਨਾਲ ਵੀ ਬੰਦਾ ਠੀਕ ਹੋ ਜਾਊਗਾ। ਜੇ ਬਿਮਾਰੀ ਉਹਦੀ ਜ਼ਿਆਦਾ ਹੋਈ ਫਿਰ ਇੱਕ ਟੋਟਕੇ ਨਾਲ ਠੀਕ ਨਹੀਂ ਹੋਣਾ, ਫਿਰ ਉਹਨੂੰ ਆ ਵੀ ਕਰਨਾ, ਆ ਵੀ ਕਰਨਾ, ਆ ਵੀ ਕਰਨਾ, ਆ ਵੀ ਕਰਨਾ। 10 ਚੀਜ਼ਾਂ ਦੱਸਾਂਗੇ, 5% ਕਿਸੇ ਦੀ ਦੇਣ, 5% ਕਿਸੇ ਦੀ, 5% ਕਿਸੇ ਦੀ, ਰਲ ਕੇ 100%। ਤਾਂ ਇਸ ਕਰਕੇ ਇਹ ਸਾਰੇ ਜਿੰਨੇ ਹੋਲ ਬਾਡੀ ਹੀਲਿੰਗ ਦੇ ਟੈਕਨੀਕਸ ਨੇ, ਚਾਹੇ ਉਹ ਚੰਗਾ ਖਾਣਾ ਖਾਣਾ ਹੈ, ਚਾਹੇ ਉਹ ਦਵਾ ਪੌਦੇ ਲੈਣੇ ਹੈ, ਚਾਹੇ ਉਹ ਐਕਸਰਸਾਈਜ਼ ਕਰਨੀ ਹੈ, ਚਾਹੇ ਉਹ ਕੋਈ ਥੋੜ੍ਹੀ ਬਹੁਤੀ ਆ ਜਿਹੜੀ ਇਹੋ ਜਿਹੀਆਂ ਟੈਕਨੀਕਸ ਨੇ, ਪੇਟ ਪੱਟੀ ਬੰਨ੍ਹ ਲਈ, ਕੋਈ ਗੁਰਗੁਰਾਰੇ ਕਰ ਲਏ, ਕੋਈ ਭਾਫ ਲੈ ਲਈ, ਕੋਈ ਸੁੰਡ ਮਡ ਥੈਰੇਪੀ ਹੋ ਗਈ, ਜਾਂ ਇਹ ਸੂਰਜ ਇਸ਼ਨਾਨ ਹੋ ਗਿਆ, ਸਨ ਗੇਜ਼ਿੰਗ ਹੋ ਗਿਆ, ਸੂਰਜ ਵੱਲ ਦੇਖਣਾ। ਇਹੋ ਜਿਹੀਆਂ ਅਨੇਕਾਂ ਚੀਜ਼ਾਂ ਨੇ ਜੋ ਇਕੱਠੀਆਂ ਹੋ ਜਾਂਦੀਆਂ ਨੇ ਤਾਂ 5% ਕਰਦੇ ਕਰਦੇ 100% ਹੋ ਜਾਂਦੀਆਂ ਨੇ। ਇਸ ਕਰਕੇ ਉਹ ਟੋਟਕੇ ਤੇ ਇੱਕ ਟੋਟਕੇ 'ਤੇ ਕਦੀ ਵੀ ਨਿਰਭਰ ਨਹੀਂ ਕਰਨਾ ਚਾਹੀਦਾ। ਇੱਕ ਟੋਟਕਾ ਕਾਰਗਰ ਹੋ ਵੀ ਸਕਦਾ, ਨਹੀਂ ਵੀ ਹੋ ਸਕਦਾ, ਲੇਕਿਨ ਜਦੋਂ ਅਸੀਂ ਟੋਟਲ ਕਰ ਲਾਂਗੇ ਫਿਰ ਪੱਕਾ 100% ਉਹ ਬੰਦਾ ਠੀਕ ਹੋਏਗਾ ਹੀ ਹੋਏਗਾ। ਬਹੁਤ ਧੰਨਵਾਦ ਡਾਕਟਰ ਸਾਹਿਬ, ਤੁਸੀਂ ਇੰਨੀ ਵਡਮੁੱਲੀ ਜਾਣਕਾਰੀ ਦਿੱਤੀ ਹੈ, ਤੇ ਉਹ ਵੀ ਫ੍ਰੀ ਦੇ ਵਿੱਚ ਬੰਦਾ ਘਰ ਬੈਠੇ ਹੀ ਇਲਾਜ ਕਰ ਸਕਦਾ ਹੈਗਾ। ਤੇ ਜੇ ਕਿਤੇ ਦਿੱਕਤ ਆਉਂਦੀ ਹੈ ਤਾਂ ਉਹ ਤੁਹਾਡੇ ਹਿਮਸ ਹਸਪੀਟਲ ਜਾ ਕੇ ਜਾਂ ਤੁਹਾਨੂੰ ਸੰਪਰਕ ਕਰਕੇ ਜਿਹੜਾ ਆਪਣਾ ਇਲਾਜ ਕਰਵਾ ਸਕਦਾ। ਤੁਹਾਡਾ ਬਹੁਤ ਬਹੁਤ ਧੰਨਵਾਦ। ਜੀ ਸਰ। ਸੋ ਇਹ ਸਨ ਡਾਕਟਰ ਅਮਰ ਸਿੰਘ ਆਜ਼ਾਦ, ਜਿਨ੍ਹਾਂ ਨੇ ਸਾਨੂੰ ਅੱਜ ਇੱਕ ਅਜਿਹੀ ਟੈਕਨੀਕ ਤੋਂ ਜਾਣੂ ਕਰਵਾਇਆ, ਜਿਹੜੀ ਟੈਕਨੀਕ ਮਰਦੇ ਹੋਏ ਬੰਦੇ ਨੂੰ ਮੌਤ ਦੇ ਮੂੰਹ 'ਚੋਂ ਖਿੱਚ ਸਕਦੀ ਹੈ ਆਪਣੇ ਆਪ। ਉਹ ਵੀ ਬੰਦਾ ਇੱਕ ਗੱਲ ਪ੍ਰਚਲਿਤ ਹੈ ਕਿ ਬੰਦਾ ਜਿਹੜਾ ਮੌਤ ਦੇ ਮੂੰਹ ਵੱਲ ਕਦੇ ਵੀ ਨਹੀਂ ਜਾਣਾ ਚਾਹੇਗਾ, ਉਹ ਹਰ ਹਿੱਲਾ ਕਰੇਗਾ ਕਿ ਮੈਂ ਬਚ ਜਾਵਾਂ। ਤੇ ਜਦੋਂ ਉਸ ਨੂੰ ਉਹਦੇ ਆਪਣੇ ਹੱਥ ਦੇ ਵਿੱਚ ਉਹ ਹਥਿਆਰ ਦੇ ਦਿੱਤਾ ਜਾਵੇ ਕਿ ਤੂੰ ਇੱਦਾਂ ਬਚ ਸਕਦਾ ਹੈ, ਤਾਂ ਉਹ ਹਰ ਹਿੱਲਾ ਕਰੇਗਾ ਕਿ ਮੈਂ ਬਚ ਜਾਵਾਂ। ਤੇ ਉਹ ਹਰ ਹਿੱਲੇ ਜਿਹੜਾ ਉਹ ਤਰੀਕਾ ਅਪਣਾਏਗਾ ਤੇ ਆਪਣੀ ਜਾਨ ਜਿਹੜੀ ਉਹ ਆਪ ਬਚਾ ਲੇਗਾ। ਤੇ ਜੇ ਕਿਤੇ ਮਾੜੀ ਮੋਟੀ ਕਸਰ ਉਸ ਨੂੰ ਲੱਗਦੀ ਹੋਏਗੀ, ਜਾਂ ਉਹਨੂੰ ਕਿਤੇ ਲੱਗਦਾ ਹੋਏਗਾ ਕਿ ਮੇਰਾ ਜਿਹੜਾ ਇਲਾਜ ਹੈ ਉਹ ਮੈਂ ਆਪ ਸਹੀ ਢੰਗ ਨਾਲ ਨਹੀਂ ਕਰ ਪਾ ਰਿਹਾ, ਤਾਂ ਉਹ ਡਾਕਟਰ ਅਮਰ ਸਿੰਘ ਆਜ਼ਾਦ ਹੋਣਾ ਦੀ ਟੀਮ ਨਾਲ ਸੰਪਰਕ ਕਰਕੇ ਹਿਮਸ ਹਸਪੀਟਲ ਜਿਹੜਾ ਡੇਰਾਬੱਸੀ ਹੈ ਉਹਦੇ ਵਿੱਚ ਪਹੁੰਚ ਕੇ ਉੱਥੇ ਜਾ ਕੇ ਕੁਝ ਦਿਨ ਲਗਾ ਕੇ ਉਸ ਟੈਕਨੀਕ ਨੂੰ ਸਿੱਖ ਵੀ ਸਕਦਾ, ਤੇ ਫਿਰ ਉਸ ਤੋਂ ਬਾਅਦ ਆਪਣੇ ਘਰੇ ਆ ਕੇ ਆਪਣਾ ਇਲਾਜ ਖੁਦ ਕਰ ਸਕਦਾ। ਗੁਰਦਿਆਂ ਦਾ, ਡਿਪਰੈਸ਼ਨ ਦਾ, ਅੱਖਾਂ ਦੇ ਰੋਗ ਜਿਹੜੇ ਨੇ, ਉਸ ਤੋਂ ਇਲਾਵਾ ਜਿਹੜਾ ਆਪਣਾ ਮਾਈਗ੍ਰੇਨ ਹੈਗਾ, ਇਸ ਤੋਂ ਇਲਾਵਾ ਸ਼ੂਗਰ ਹੈਗੀ ਹੈ, ਪੈਰਾਂ ਤੋਂ ਹੀਟਲੇ ਜਿੰਨੇ ਵੀ ਰੋਗ ਹੈਗੇ ਨੇ, ਜਾਂ ਇਹ ਬਹੁਤ ਸਾਰੇ ਰੋਗ ਜਿਹੇ ਨੇ ਜਿਹੜੇ ਕਿ ਬਲੱਡ ਸਰਕੂਲੇਸ਼ਨ ਜਿਹੜੀ ਉਹ ਰੁਕਣ ਕਰਕੇ ਜਿਹੜੀ ਆ ਉਹ ਇਹ ਰੋਗ ਪੈਦਾ ਹੁੰਦੇ ਨੇ। ਤੇ ਜਦੋਂ ਹੌਟ ਵਾਟਰ ਥੈਰੇਪੀ ਦੇ ਨਾਲ ਆਪਾਂ ਬੰਦੇ ਨੂੰ ਜੋੜਦੇ ਹਾਂ, ਜਾਂ ਟਿਲਡ ਅਪ ਕਰਨ ਦੀ ਜਿਹੜੀ ਥੈਰੇਪੀ ਦੇ ਨਾਲ ਆਪਾਂ ਜੋੜਦੇ ਹਾਂ, ਤਾਂ ਉਹ ਸਰਕੂਲੇਸ਼ਨ ਬਲੱਡ ਦੀ ਜਿਹੜੀ ਉਹ ਤੇਜ਼ ਹੋ ਜਾਂਦੀ ਹੈ, ਤੇ ਨਾੜਾਂ ਖੁੱਲ੍ਹ ਜਾਂਦੀਆਂ ਨੇ, ਤੇ ਉਹਦੇ ਨਾਲ ਹਰ ਜਗ੍ਹਾ ਦੇ ਉੱਤੇ ਬਲੱਡ ਜਾਣਾ ਸ਼ੁਰੂ ਹੋ ਜਾਂਦਾ। ਬਲੱਡ ਦੇ ਵਿੱਚ ਜਿਹੜਾ ਉਹ ਖਾਣਾ ਵੀ ਹੈਗਾ, ਬਲੱਡ ਦੇ ਉੱਤੇ ਆਕਸੀਜਨ ਵੀ ਹੈਗੇ, ਬਲੱਡ ਦੇ ਵਿੱਚ ਜਿਹੜਾ ਉਹ ਮਿਨਰਲਸ ਵੀ ਹੈਗੇ ਨੇ, ਜਿਹੜੇ ਕਿ ਉੱਥੇ ਪਹੁੰਚ ਕੇ ਉਹਨਾਂ ਨੇ ਆਪਣਾ ਕੰਮ ਜਿਹੜਾ ਉਹ ਤੇਜ਼ੀ ਨਾਲ ਕਰ ਦੇਣਾ, ਖੁਰਾਕ ਮਿਲ ਜਾਣੀ ਹੈ ਸੈੱਲ ਨੂੰ, ਤੇ ਉਹ ਜਿਹੜਾ ਸਰੀਰ ਜਿਹੜਾ ਉਹ ਆਪਣੇ ਆਪ ਉਹ ਠੀਕ ਹੋ ਜਾਣਾ। ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ? ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ ਜ਼ਰੂਰ ਦੇਣਾ। ਜੇਕਰ ਵੀਡੀਓ ਵਧੀਆ ਲੱਗੀ ਹੈ ਤਾਂ ਇਸ ਨੂੰ ਕਿਰਪਾ ਕਰਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਕਿਉਂਕਿ ਹਰ ਕਿਸੇ ਨੂੰ ਕੋਈ ਨਾ ਕੋਈ ਬਿਮਾਰੀ ਜ਼ਰੂਰ ਹੈ, ਤੇ ਜੇਕਰ ਉਹ ਅਜਿਹੇ ਤਰੀਕੇ ਅਪਣਾ ਕੇ ਆਪਣੇ ਘਰ ਬੈਠੇ ਹੀ ਆਪਣੀ ਬਿਮਾਰੀ ਨੂੰ ਠੀਕ ਕਰ ਸਕਦਾ ਹੈ, ਜਾਂ ਫਿਰ ਕਿਤੇ ਨਾ ਕਿਤੇ ਵੀਡੀਓ ਨੂੰ ਦੇਖਣ ਤੋਂ ਬਾਅਦ ਡਾਕਟਰ ਅਮਰ ਸਿੰਘ ਆਜ਼ਾਦ ਜਾਂ ਉਹਨਾਂ ਦੀ ਟੀਮ ਦੇ ਨਾਲ ਜੁੜ ਕੇ ਆਪਣਾ ਇਲਾਜ ਕਰਵਾ ਸਕਦਾ ਹੈ, ਤਾਂ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਕਾਮਯਾਬ ਰਿਹਾ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।